ਵੀਡੀਓ ਦੇਖ ਸੁਣ ਰਹੇ ਆਪਣੇ ਇਸ YouTube ਚੈਨਲ ਦਾ ਮਾਸਟਰ ਆਰਟ ਦੇ ਸਹਿਯੋਗੀ ਸਾਥੀਆਂ ਨੂੰ ਬਹੁਤ ਬਹੁਤ ਪਿਆਰ। ਜਿਸ ਤਰ੍ਹਾਂ ਕਿ ਦੇਖਦੇ ਸੁਣਦੇ ਪਲੇ ਅਤੇ ਵੱਡੇ ਹੋਏ ਹਾਂ ਬਚਪਨ ਤੋਂ, ਉਸ ਮੁਤਾਬਕ ਅੱਜ 15 ਅਗਸਤ ਸਾਡੇ ਦੇਸ਼ ਭਾਰਤ ਦੀ ਆਜ਼ਾਦੀ ਦਾ ਦਿਨ ਹੈ। ਰਸਮੀ ਸ਼ਬਦਾਂ ਵਿੱਚ ਬੋਲੀਏ ਤਾਂ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਆਜ਼ਾਦ ਕਿਸ ਤੋਂ ਹੋਇਆ, ਕਿਸ ਤੋਂ ਨਹੀਂ ਹੋਇਆ ਅਤੇ ਕਿਸ ਤੋਂ ਹੋਣਾ ਚਾਹੀਦਾ ਸੀ, ਵਗੈਰਾ ਵਗੈਰਾ ਸਵਾਲ ਜਵਾਬ ਛੋਹਣ ਦਾ ਹੰਭਲਾ ਮਾਰਾਂਗੇ ਪਿਆਰਿਓ। ਭਾਵੇਂ ਵੀਡੀਓ ਦੇ ਸਮੇਂ ਮੁਤਾਬਕ ਕੁੱਜੇ ਵਿੱਚ ਸਮੁੰਦਰ ਹੀ ਬੰਦ ਕਰਨਾ ਪਏਗਾ। ਅੱਜ ਦੇ ਦਿਨ ਨੂੰ ਮੁੱਖ ਰੱਖਦਿਆਂ ਪ੍ਰਦੀਪ ਤੋਂ ਇਲਾਵਾ ਹੋਰ ਬੱਚਿਆਂ ਨੂੰ ਵੀ ਕੁਝ ਕਰ ਦਿਖਾਉਣ ਦਾ ਮੌਕਾ ਦੇ ਰਹੇ ਹਾਂ। ਕੀ ਅਤੇ ਕਿਉਂ ਹੈ, ਕਿੱਥੇ ਹੈ, ਕਿਸ ਹਾਲ ਹੈ, ਆਜ਼ਾਦੀ ਦੀ ਕੀ ਪਰਿਭਾਸ਼ਾ ਹੈ। ਵੱਖੋ ਵੱਖਰੀਆਂ ਲੋੜਾਂ, ਮਨੋਵਿਰਤੀਆਂ, ਵਾਤਾਵਰਨ ਜਾਂ ਭੂਗੋਲਿਕ ਸਥਿਤੀਆਂ ਅਤੇ ਵੱਖੋ ਵੱਖਰੇ ਬੌਧਿਕ ਪੱਧਰ ਕਾਰਨ ਲੋਕਾਂ ਲਈ ਆਜ਼ਾਦੀ ਦੀ ਪਰਿਭਾਸ਼ਾ ਕੋਈ ਇੱਕ ਨਹੀਂ ਹੋ ਸਕਦੀ। ਇੱਕ ਜਮਾਤੀ ਸਮਾਜ ਵਿੱਚ ਆਜ਼ਾਦੀ ਦੀ ਪਰਿਭਾਸ਼ਾ ਸਭਨਾਂ ਲੋਕਾਂ ਲਈ ਇੱਕ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਥੇ ਸਾਡੇ ਸਾਹਮਣੇ ਸਹੀ ਚੋਣ ਕਰਨ ਦਾ ਸਵਾਲ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕੀ ਆਪਣੀ ਜਾਂ ਕਿਸੇ ਦੂਜੇ ਦੀ ਸੋਚ ਸਰਗਰਮੀ ਨੂੰ ਸਿਰਫ ਇਹੋ ਕਹਿ ਕੇ ਸਹੀ ਹੋਣ ਦੀ ਮਾਨਤਾ ਦਿੰਦੇ ਹਨ ਕਿ ਇਹ ਤਾਂ ਸੋਚ ਹੁੰਦੀ ਹੈ ਭਾਈ ਆਪੋ ਆਪਣੀ, ਕਿਸੇ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਕਿਸੇ ਇੱਕ ਬੰਦੇ ਲਈ ਜੋ ਕੁਝ ਸਹੀ ਹੁੰਦਾ ਹੈ, ਕਿਸੇ ਹੋਰ ਲਈ ਉਹੀ ਗਲਤ ਹੁੰਦਾ ਹੈ। ਇਹ ਇੱਕ ਭਟਕਾਊ ਵਿਚਾਰ ਹੈ। ਸਹੀ ਗਲਤ ਦੀ ਪਰਖ ਵਿਅਕਤੀਗਤ ਪੈਮਾਨੇ ਤੋਂ ਨਹੀਂ ਹੋ ਸਕਦੀ। ਇਹ ਸਮੂਹ ਦਾ ਮਸਲਾ ਹੈ, ਕਿਉਂਕਿ ਸਮੂਹ ਵਿੱਚ ਹੀ ਵਿਅਕਤੀ ਦੀ ਹੋਂਦ ਸੰਭਵ ਹੋਈ ਹੈ। ਪ੍ਰਾਚੀਨ ਸਮੇਂ ਤੋਂ ਸਮੂਹ ਵਿੱਚ ਰਹਿਣ ਕਾਰਨ ਹੀ ਸੱਭਿਅਕ ਮਨੁੱਖ ਦੀ ਹੋਂਦ ਸੰਭਵ ਹੋਈ ਹੈ, ਨਹੀਂ ਤਾਂ ਧਰਤੀ ਉੱਤੇ ਮਨੁੱਖ ਦਾ ਕੋਈ ਅਸਤਿਤਵ ਨਾ ਹੁੰਦਾ। ਜੇਕਰ ਹੁੰਦਾ ਤਾਂ ਧਰਤੀ ਦੇ ਲੱਖਾਂ ਜਾਨਵਰਾਂ ਵਿੱਚੋਂ ਇੱਕ। ਜੋ ਲੋਕ ਪੜ੍ਹਦੇ ਨਹੀਂ, ਕਿਸੇ ਵਰਤਾਰੇ ਵਿੱਚੋਂ ਮੁੱਖ ਤੱਥ ਦੀ ਪੜਤਾਲ ਨਹੀਂ ਕਰਦੇ, ਉਹ ਮੰਜ਼ਿਲੋਂ ਭਟਕੇ ਰਾਹੀ ਹੁੰਦੇ ਹਨ ਅਤੇ ਮੁੱਠੀ ਭਰ ਲੋਕਾਂ ਦੁਆਰਾ ਆਪਣੇ ਨਿੱਜੀ ਸਵਾਰਥਾਂ ਲਈ ਅਕਸਰ ਇਸਤੇਮਾਲ ਕੀਤੇ ਜਾਂਦੇ ਹਨ। ਭਾਰਤ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਭਾਰੀ ਹੈ, ਕਿਸੇ ਵਿਹਲੜ ਪਰਜੀਵੀ ਦੇ ਪੇਟ ਵਾਂਗ। ਸਵਾਲ ਜੋ ਆਪਣੇ ਸਾਹਮਣੇ ਨੀਂਦੋਂ ਜਾਗੇ ਸਾਹ ਵਾਂਗ ਉੱਠ ਖੜਿਆ ਹੈ ਕਿ ਆਜ਼ਾਦੀ ਦੀ ਸਹੀ ਪਰਿਭਾਸ਼ਾ ਕੀ ਹੈ। ਇਸ ਤੋਂ ਵੀ ਪਹਿਲਾਂ ਜਾਣ ਲਈਏ ਕਿ ਸਹੀ ਆਖਰ ਹੁੰਦਾ ਕੀ ਹੈ। ਇਹ ਸਿੱਧ ਕਰਨ ਦਾ ਪੈਮਾਨਾ ਸਮੂਹ ਮਨੁੱਖਤਾ ਦਾ ਹਿੱਤ ਨਾ ਸਿਰਫ ਹੋ ਸਕਦਾ ਹੈ, ਸਗੋਂ ਸਮੂਹ ਮਨੁੱਖਤਾ ਦਾ ਹਿੱਤ ਹੀ ਹੁੰਦਾ ਹੈ। ਅਸੀਂ ਦੇਖਣਾ ਹੁੰਦਾ ਹੈ ਕਿ ਸਮੂਹ ਮਿਹਨਤਕਸ਼ ਮਨੁੱਖਤਾ ਦੇ ਹਿੱਤ ਵਿੱਚ ਕੀ ਹੈ ਜਾਂ ਕੀ ਨਹੀਂ। ਸਹੀ ਹਮੇਸ਼ਾ ਉਹੀ ਹੁੰਦਾ ਹੈ ਜਿਸ ਵਿੱਚ ਸਾਡੇ ਸਮੂਹ ਮਨੁੱਖੀ ਸਮਾਜ ਦਾ ਉਸਾਰੂ ਭਵਿੱਖ ਧੜਕਦਾ ਹੋਵੇ। ਬੱਚੇ ਨੂੰ ਰਟਾਇਆ ਜਾਂਦਾ ਹੈ। 15 ਅਗਸਤ 1947 ਦਾ ਦਿਨ ਭਾਰਤ ਦੀ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਦਿਨ। ਪਰ ਭਲਾ ਕਿਹੜੇ ਕਾਰਨਾਂ ਤੋਂ ਚਾਹੀਦੀ ਸੀ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ? ਸੂਝਵਾਨ ਆਖਣਗੇ
ਹੱਕ ਅਤੇ ਕਿਰਤ ਦੀ ਲੁੱਟ ਖੋਹ ਸੀ, ਬੇਇਨਸਾਫੀ ਸੀ, ਭੇਦਭਾਵ ਸੀ, ਭੁੱਖ ਸੀ ਅਤੇ ਅਣਾਈ ਮੌਤ ਸੀ। ਹੱਕ ਸੱਚ ਦੀ ਆਵਾਜ਼ ਨੂੰ ਫਾਂਸੀ ਸੀ। ਰੋਜੀ ਰੋਟੀ ਲਈ ਕੁਝ ਵਿਹਲੜ ਧਨਾਡਾਂ ਦੇ ਪਾਲਤੂ ਜਾਨਵਰ ਬਣਨ ਲਈ ਬਹੁ ਗਿਣਤੀ ਦੀ ਸਖਤ ਮਜਬੂਰੀ ਸੀ। ਇਸ ਤਰ੍ਹਾਂ ਗਲੀ ਦੇ ਕੱਖੋਂ ਹੌਲਾ ਅਤੇ ਦੱਬਿਆ ਕੁਚਲਿਆ ਸਾਡਾ ਸਵੈਮਾਨ ਸੀ। ਇਹ ਜੋ ਉਸ ਦੌਰ ਦੀ ਦਰਦਨਾਕ ਤੇ ਬਦਸੂਰਤ ਤਸਵੀਰ ਸੀ, ਆਜ਼ਾਦੀ ਇਸ ਤੋਂ ਮਿਲੀ ਸੀ ਜਾਂ ਅੰਗਰੇਜ਼ਾਂ ਤੋਂ? 15 ਅਗਸਤ ਭਾਰਤ ਦੀ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਦਿਨ। ਮਾਪਿਓ ਅਤੇ ਅਧਿਆਪਕੋ, ਕੀ ਤੁਸੀਂ ਬੱਚਿਆਂ ਨੂੰ ਇਹ ਸਹੀ ਪੜ੍ਹਾਇਆ ਰਟਾਇਆ ਹੈ? ਬੀਤੇ ਦੌਰ ਦੀ ਉਹੀ ਭਿਆਨਕ ਅਤੇ ਦਰਦਨਾਕ ਤਸਵੀਰ ਅੱਜ ਵੀ ਹੈ, ਜਦ ਕਿ ਰਾਜ ਹੁਣ ਅੰਗਰੇਜ਼ਾਂ ਦਾ, ਗੋਰਿਆਂ ਦਾ ਨਹੀਂ, ਕਾਲਿਆਂ ਦਾ ਹੈ। ਕੀ ਤੁਸੀਂ ਅਣਜਾਣ ਹੋ? ਸਾਡਾ ਸਵਾਲ ਹੁਣ ਕਰਵਟ ਬਦਲਦਾ ਹੈ। ਲੋਕਾਂ ਵੱਲੋਂ ਹਟਾ ਕੇ ਹੁਣ ਆਪਣਾ ਮੂੰਹ ਦੇਸ਼ ਦੇ ਮੁੱਠੀ ਭਰ ਠੇਕੇਦਾਰਾਂ ਵੱਲ ਸੇਧ ਲੈਂਦਾ ਹੈ। ਭਲਾ ਕਿਹੜੇ ਕਾਰਨਾਂ ਤੋਂ ਚਾਹੀਦੀ ਸੀ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ? ਜਵਾਬ ਉਹ ਨਹੀਂ, ਉਹਨਾਂ ਦੇ ਕਾਰਨਾਮੇ ਦਿੰਦੇ ਹਨ ਕਿ ਕੁਝ ਲੋਕ ਹੁਣ ਪੜ੍ਹਦੇ ਹਨ, ਪੜਤਾਲਦੇ ਹਨ। ਉਹ ਬਾਕੀ ਮਿਹਨਤਕਸ਼ ਲੋਕਾਂ ਨੂੰ ਪਛਾੜ ਕੇ ਜਾਂ ਲਤਾੜ ਕੇ ਨਹੀਂ, ਸਗੋਂ ਆਪਣੇ ਨਾਲ ਲੈ ਕੇ ਅੱਗੇ ਵਧਣ ਦਾ ਦਮ ਰੱਖਦੇ ਹਨ। ਸੋ ਬੀਤੇ ਸਮਿਆਂ ਵਾਂਗ ਪੁਜਾਰੀਵਾਦ ਦਾ ਹਥਿਆਰ ਵਰਤਦਿਆਂ ਹੁਣ ਇਹਨਾਂ ਲੋਕਾਂ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਇਸਤੇਮਾਲ ਕਰਨਾ ਦਿਨੋਂ ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਹੁਣ ਮਿਹਨਤਕਸ਼ ਲੋਕਾਈ ਨੂੰ ਆਪਣੀ ਕਠਪੁਤਲੀ ਬਣਾਈ ਰੱਖਣ ਲਈ ਅੰਗਰੇਜ਼ਾਂ ਵਾਲਾ ਡੰਡਾ ਹਥਿਆਉਣ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਸੀ ਬਚਿਆ। ਡੰਡੇ ਤੋਂ ਭਾਵ ਇੱਥੇ ਰਾਜ ਹੈ ਸਾਥੀਓ, ਰਾਜ ਜੋ ਲੋਕਾਂ ਦਾ ਨਹੀਂ, ਯੋਕਾਂ ਦਾ ਹੈ। ਉਠੋ, ਨਹਾ ਧੋ ਕੇ ਚਿਕਨੇ ਹੋ ਜਾਓ, ਸੋਹਣੇ ਕੱਪੜੇ ਪਾਓ, ਮਕਾਨ ਅਤੇ ਆਪਣੇ ਮੂੰਹ ਮੱਥਿਆਂ ਤੇ ਤਿਰੰਗਾ ਚਿਪਕਾਓ, ਲਾਲ ਕਿਲੇ ਤੇ ਤਿਰੰਗਾ ਲਹਿਰਾਓ, ਰੋਜ਼ਾਨਾ ਜੀਵਨ ਦੀਆਂ ਚਿੰਤਾਵਾਂ ਭੁਲਾਓ, ਮੂੰਹ ਤੇ ਉਂਗਲਾਂ ਧਰ ਕੇ ਮਨ ਕੀ ਬਾਤ ਸੁਣੋ, ਮਿਠਾਈਆਂ ਵੰਡੋ ਤੇ ਵਧਾਈਆਂ ਦਿਓ, ਦੇਸ਼ ਭਗਤੀ ਦੇ ਨਸ਼ੇ ਵਿੱਚ ਨੱਚੋ ਗਾਓ, ਖੂਬ ਠੁਮਕੇ ਲਾਓ। ਕਿਉਂ? ਕਿਉਂਕਿ 15 ਅਗਸਤ ਅੱਜ ਦੇਸ਼ ਦੀ ਆਜ਼ਾਦੀ ਦਾ ਦਿਨ ਹੈ। ਤੁਹਾਡੇ ਜਸ਼ਨ ਵਿੱਚ ਜੋ ਸ਼ਾਮਲ ਨਹੀਂ, ਉਸ ਤੋਂ ਚਿੜੋ, ਉਸ ਤੋਂ ਨੱਕ ਵੱਟੋ, ਕਿਉਂਕਿ ਉਹ ਦੇਸ਼ ਧਰੋਹੀ ਹੈ, ਅਰਾਜਕਤਾਵਾਦੀ ਹੈ। ਇੰਨੀ ਢਿੱਲ, ਉਸ ਨੂੰ ਤਾਂ ਜਾਂਦੇ ਨੂੰ ਹੀ ਪਾਕਿਸਤਾਨ ਭੇਜ ਦੇਣਾ ਚਾਹੀਦਾ ਸੀ। ਇਹ ਦਿਨ ਕਸਮ ਖਾਣ ਦਾ ਦਿਨ ਹੈ। ਕੋਈ ਨਕਸਲੀਆ, ਕੋਈ ਮਾਓਵਾਦੀ ਸਾਡੇ ਆਜ਼ਾਦ ਅਤੇ ਖੁਸ਼ਹਾਲ ਦੇਸ਼ ਵਿੱਚ ਰਹਿਣ ਦਾ ਹੱਕਦਾਰ ਨਹੀਂ ਹੈ। ਉਸ ਨੂੰ ਰਹਿਣ ਨਹੀਂ ਦਿੱਤਾ ਜਾਏਗਾ। ਅੱਜ 15 ਅਗਸਤ ਭਾਰਤੀਆਂ ਦੀ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਦਿਨ ਹੈ। ਕੀ ਕੋਈ ਮਜ਼ਾਕ ਹੈ? ਬਿਨਾਂ ਸ਼ੱਕ ਸਵਾਲ ਨੀਂਦੋਂ ਜਾਗੇ ਸਾਨ ਜਿਉਂ ਹੀ ਉੱਠਦੇ ਹਨ। ਭਗਤੋ, ਕੀ ਤੁਸੀਂ ਆਜ਼ਾਦ ਹੋ? ਜੇਕਰ ਹਾਂ ਤਾਂ ਆਪਣੀ ਉਸ ਬੇਵਸੀ ਨੂੰ ਗੁਲਾਮੀ ਨਹੀਂ ਤਾਂ ਹੋਰ ਕੀ ਨਾਂ ਦਿਓਗੇ ਜਿਸ ਨਾਲ ਆਪਣੇ ਰੋਜ਼ਾਨਾ ਜੀਵਨ ਵਿੱਚ ਤੁਹਾਡਾ ਸਾਹਮਣਾ ਹੁੰਦਾ ਹੈ।
ਤੁਹਾਡੇ ਬੌਧਿਕ ਅਤੇ ਆਰਥਿਕ ਵਿਕਾਸ ਦੀਆਂ ਬਹੁਤ ਹੀ ਸੀਮਤ ਅਤੇ ਨਿਸ਼ਚਿਤ ਹੱਦਾਂ ਕਿਉਂ ਹਨ? ਕਿਹੜੀ ਸ਼ੈ ਤੁਹਾਨੂੰ ਰੋਕਦੀ ਹੈ ਦੇਸ਼ ਵਿਦੇਸ਼ਾਂ ਦੇ ਸੈਰ ਸਪਾਟਿਆਂ ਤੋਂ? ਮੌਸਮ ਮੁਤਾਬਕ ਗਰਮ ਠੰਡੇ ਕਮਰਿਆਂ ਦਾ ਆਨੰਦ ਮਾਣਨ ਤੋਂ, 5 ਸਟਾਰ ਹੋਟਲਾਂ ਦੇ ਖਾਣਿਆਂ ਤੋਂ, ਲੋੜੀਂਦੀਆਂ ਸੁੱਖ ਸੁਵਿਧਾਵਾਂ ਤੋਂ? ਕਿਹੜੀ ਸ਼ੈ ਤੁਹਾਨੂੰ ਰੋਕਦੀ ਹੈ ਉੱਚ ਪੱਧਰੀ ਸਿੱਖਿਆ ਹਾਸਲ ਕਰਨ ਤੋਂ, ਵਿਗਿਆਨ ਤਕਨਾਲੋਜੀ ਦੀਆਂ ਉਪਲਬਧੀਆਂ ਮਾਣਨ ਤੋਂ? ਕਿਉਂ ਤੁਸੀਂ ਕਦੇ ਕਰ ਨਹੀਂ ਸਕਦੇ ਆਪਣੇ ਗੁਆਂਢੀ ਦੀ ਬਰਾਬਰੀ? ਮੁਕਾਬਲੇ ਦੀ ਇਸ ਦੌੜ ਵਿੱਚ ਠੱਗ ਚੋਰ ਬਣ ਜਾਂਦੇ ਹੋ, ਕਿਉਂਕਿ ਜੋ ਗੁਣ ਤੁਹਾਡੇ ਵਿੱਚ ਹੁੰਦਾ ਹੈ, ਕਿਰਤ ਕਮਾਈ ਕਰਨ ਲਈ ਜਿਸ ਕੰਮ ਵਿੱਚ ਤੁਹਾਡੀ ਮੁਹਾਰਤ ਹਾਸਲ ਹੁੰਦੀ ਹੈ, ਉਸ ਦੀ ਕਦੇ ਕਦਰ ਕੀਮਤ ਨਹੀਂ ਪੈਂਦੀ। ਤੁਸੀਂ ਆਪਣੇ ਪੈਰਾਂ 'ਤੇ ਨਹੀਂ ਖਲੋ ਸਕਦੇ। 2 ਵਕਤ ਦੀ ਰੋਟੀ ਲਈ ਮਾਲਕ ਦੀਆਂ ਵਧੀਕੀਆਂ ਬਦਸਲੂਕੀਆਂ ਭੋਜਨ ਪਾਣੀ ਵਾਂਗ ਹਜਮ ਕਰ ਜਾਂਦੇ ਹੋ। ਕੀ ਤੁਸੀਂ ਜਰਾ ਵੀ ਆਜ਼ਾਦ ਹੋ ਕਿ ਆਪਣੇ ਚੁੱਲ੍ਹੇ ਦੀ ਚਿੰਤਾ ਛੱਡ ਸਮਾਜ ਅਤੇ ਦੇਸ਼ ਦੁਨੀਆ ਬਾਰੇ ਸੋਚ ਸਕੋ? ਨਹੀਂ, ਤੁਸੀਂ ਆਜ਼ਾਦ ਹੋ ਆਪਣੇ ਹੀ ਟੱਬਰ ਨੂੰ ਡਰਾਉਣ ਧਮਕਾਉਣ ਲਈ, ਖਾਧੀ ਪੀਤੀ 'ਚ ਭਾਂਡੇ ਭੰਨਣ ਲਈ, ਆਪਣਿਆਂ ਦੇ ਹੀ ਵਿਰੁੱਧ ਗਾਲੀ ਗਲੋਚ ਕਰਨ ਲਈ, ਨਸ਼ਿਆਂ ਲਈ, ਤੁਰਦੀਆਂ ਫਿਰਦੀਆਂ ਲਾਸ਼ਾਂ ਬਣਨ ਲਈ, ਖੁਦਕੁਸ਼ੀਆਂ ਕਰਨ ਲਈ। ਤੁਸੀਂ ਆਜ਼ਾਦ ਹੋ ਕਠਪੁਤਲੀਆਂ ਬਣਨ ਲਈ, ਨਿਤ ਨਵੀਆਂ ਬੁਰਜੂਆ ਪਾਰਟੀਆਂ ਦੇ ਹੱਕ ਵਿੱਚ ਨਾਅਰੇ ਲਾਉਣ ਲਈ, ਜਿੰਦਾਬਾਦ ਮੁਰਦਾਬਾਦ ਦੇ। ਆਓ ਜਰਾ ਯਾਦ ਕਰੀਏ ਉਹਨਾਂ ਅਭੁੱਲ ਸ਼ਖਸੀਅਤਾਂ ਨੂੰ ਜਿਨ੍ਹਾਂ ਦਾ ਹੋਇਆ ਸੀ ਸਾਹਮਣਾ ਤੁਹਾਡੀ ਮਾਣਯੋਗ ਆਜ਼ਾਦੀ ਨਾਲ। ਕਿਉਂ ਹੋਇਆ ਸੀ? ਕਿਉਂਕਿ ਤੁਹਾਡੇ ਹਿੱਸੇ ਦੀ ਲੜਾਈ ਉਹ ਲੜਨ ਲਈ ਉੱਠੇ ਸਨ। ਵੀਡੀਓ ਦੇ ਸਮੇਂ ਦਾ ਲਿਹਾਜ਼ ਕਰਦਿਆਂ ਘੱਟੋ ਘੱਟ ਸ਼ਬਦਾਂ ਵਿੱਚ ਹੀ ਸਾਂਝੇ ਕਰ ਸਕਾਂਗੇ ਉਹਨਾਂ ਬਾਰੇ ਵਿਚਾਰ। ਗੋਬਿੰਦ ਪਾਨਸਰੇ, ਜਿਨ੍ਹਾਂ ਦਾ ਜੀਵਨ ਕਾਲ 26 ਨਵੰਬਰ 1933 ਤੋਂ 20 ਫਰਵਰੀ 2015 ਰਿਹਾ ਹੈ, ਇੱਕ ਭਾਰਤੀ ਮਾਰਕਸਵਾਦੀ ਆਗੂ, ਸਮਾਜ ਸੁਧਾਰਕ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕਾਰਕੁਨ ਸਨ। ਉਹਨਾਂ ਦਾ ਜਨਮ ਮਹਾਰਾਸ਼ਟਰ ਦੇ ਸ਼੍ਰੀ ਰਾਮਪੁਰ ਤਾਲੁਕਾ ਅਹਿਮਦਨਗਰ ਜ਼ਿਲ੍ਹੇ ਵਿੱਚ ਕੋਲਹਾਰ ਨਾਮ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਲੋਕ ਪੱਖੀ ਆਵਾਜ਼ ਉਠਾਉਣ ਕਾਰਨ 16 ਫਰਵਰੀ 2015 ਨੂੰ ਕੋਲਾਪੁਰ ਵਿੱਚ ਕੁਝ ਅਗਿਆਤ ਲੋਕਾਂ ਨੇ ਉਹਨਾਂ ਅਤੇ ਉਹਨਾਂ ਦੀ ਜੀਵਨ ਸਾਥੀ ਉੱਤੇ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਦੋਂ ਉਹ ਦੋਨੋਂ ਸਵੇਰੇ ਟਹਿਲਣ ਜਾ ਰਹੇ ਸਨ। M. ਕਲਬੁਰਗੀ, ਜਿਨ੍ਹਾਂ ਦਾ ਜੀਵਨ ਕਾਲ 28 ਨਵੰਬਰ 1938 ਤੋਂ 30 ਅਗਸਤ 2015 ਰਿਹਾ ਹੈ, ਇਹਨਾਂ ਦਾ ਦਿਲ ਵੀ ਮਿਹਨਤਕਸ਼ ਲੋਕਾਈ ਲਈ ਧੜਕਦਾ ਸੀ। ਸੋਚ ਅਮਲ ਤੋਂ ਇਹ ਪਿਛਾਂਹ ਖਿੱਚੂ ਲੋਕਾਂ ਅਤੇ ਰਾਜਕਰਤਾ ਜਮਾਤ ਦੀਆਂ ਅੱਖਾਂ ਵਿੱਚ ਰੜਕਦੇ ਰਹੇ। ਆਖਰ ਉਹਨਾਂ ਨੂੰ 30 ਅਗਸਤ 2015 ਨੂੰ ਸਵੇਰੇ ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ਵਿੱਚ ਆਪਣੀ ਰਿਹਾਇਸ਼ 'ਤੇ 2 ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ। ਡਾਕਟਰ ਨਰਿੰਦਰ ਦਾਭੋਲਕਰ, ਜਿਨ੍ਹਾਂ ਦਾ ਜੀਵਨ ਕਾਲ 1 ਨਵੰਬਰ 1945 ਤੋਂ 20 ਅਗਸਤ 2013 ਰਿਹਾ ਹੈ, ਮਹਾਰਾਸ਼ਟਰ ਦੇ ਉੱਘੇ ਤਰਕਸ਼ੀਲ ਆਗੂ ਸਨ। ਉਹ ਅੰਧ ਸ਼ਰਧਾ ਨਿਰਮੂਲਨ ਸਮਿਤੀ ਦੇ ਬਾਨੀ ਅਤੇ ਪ੍ਰਧਾਨ ਸਨ ਅਤੇ ਮਰਾਠੀ ਸਾਹਿਤ ਜਗਤ ਦੀ ਜਾਣੀ ਪਛਾਣੀ ਸ਼ਖਸੀਅਤ ਸਨ। ਉਹਨਾਂ ਨੇ 1 ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਸਨ। ਉਹ ਪੇਸ਼ੇ ਵਜੋਂ MBBS ਡਾਕਟਰ ਸਨ। ਡਾਕਟਰੀ ਦੀ ਨੌਕਰੀ ਕਰਦਿਆਂ ਸਮਾਜਿਕ ਤਾਣੇ ਬਾਣੇ ਵਿੱਚ ਨਾ ਬਰਾਬਰੀ ਅਤੇ ਧਰਮ ਦੀ ਆੜ ਵਿੱਚ ਲੋਕਾਂ ਦਾ ਕੀਤਾ ਜਾਂਦਾ ਸ਼ੋਸ਼ਣ ਉਹਨਾਂ ਨੂੰ ਬੁਰਾ ਲੱਗਦਾ ਸੀ। ਸਮਾਜਿਕ ਬਰਾਬਰੀ ਲਈ ਉਹਨਾਂ ਬਾਬਾ ਆਦਵ ਦੇ ਇੱਕ ਪਿੰਡ ਇੱਕ ਖੂਹ ਨਾਂ ਦੇ ਅੰਦੋਲਨ ਤੋਂ ਆਪਣੇ ਆਪ ਨੂੰ ਸਮਾਜਿਕ ਕੰਮ ਨਾਲ ਜੋੜਿਆ। ਸੰਨ 1982 ਤੋਂ ਉਹਨਾਂ ਧਰਮ ਦੇ ਨਾਮ 'ਤੇ ਕੀਤੇ ਜਾਂਦੇ ਅਡੰਬਰਾਂ ਅਤੇ ਅਖੌਤੀ ਚਮਤਕਾਰਾਂ ਦਾ ਗੋਰਖ ਧੰਦਾ ਕਰਨ ਵਾਲੇ ਅਖੌਤੀ ਬਾਬਿਆਂ, ਤਾਂਤਰਿਕਾਂ
ਗੈਬੀ ਸ਼ਕਤੀਆਂ ਦੇ ਨਾਮ ਤੇ ਲੋਕਾਂ ਨੂੰ ਲੁੱਟਣ ਵਾਲੇ ਧਰਮ ਗੁਰੂਆਂ ਦੀ ਅਸਲੀਅਤ ਜੱਗ ਜ਼ਾਹਰ ਕਰਨ ਲਈ ਮੈਦਾਨ ਮੱਲ ਲਿਆ। ਅੰਧ ਵਿਸ਼ਵਾਸਾਂ ਵਿਰੋਧੀ ਬਿੱਲ ਸਾਲ 2005 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਪਾਸ ਕਰਵਾਇਆ। ਉਹਨਾਂ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਫਿਰਕੂ ਸੰਗਠਨਾਂ ਵੱਲੋਂ ਧਮਕੀਆਂ ਮਿਲਣ ਲੱਗ ਪਈਆਂ ਸਨ, ਪਰ ਉਹਨਾਂ ਕਦੇ ਇਹਨਾਂ ਦੀ ਪਰਵਾਹ ਨਹੀਂ ਸੀ ਕੀਤੀ। ਸਮਾਜ ਵਿੱਚ ਵਿਗਿਆਨਕ ਚੇਤਨਾ ਦੀ ਰੋਸ਼ਨਾਈ ਕਰ ਰਹੇ ਇਸ ਸੁਹਿਰਦ ਆਗੂ ਨੂੰ 20 ਅਗਸਤ 2013 ਨੂੰ ਪੂਨਾ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਗਈਆਂ। ਗੌਰੀ ਲੰਕੇਸ਼, ਜਿਨ੍ਹਾਂ ਦਾ ਜੀਵਨ ਕਾਲ 29 ਜਨਵਰੀ 1962 ਤੋਂ 5 ਸਤੰਬਰ 2017 ਰਿਹਾ ਹੈ, ਹੱਕ ਸੱਚ ਨੂੰ ਸਮਰਪਿਤ ਕੰਨੜ ਦੀ ਬੁਲੰਦ ਆਵਾਜ਼ ਵਾਲੀ ਕਾਰਕੁਨ ਅਤੇ ਪੱਤਰਕਾਰ। ਕਈ ਕੱਟੜਪੰਥੀ ਹਿੰਦੂਵਾਦੀ ਸੰਗਠਨਾਂ ਵੱਲੋਂ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ। ਆਖਰ 5 ਸਤੰਬਰ 2017 ਨੂੰ 3 ਸ਼ੱਕੀ ਵਿਅਕਤੀ ਗੌਰੀ ਦੇ ਘਰ ਵਿੱਚ ਦਾਖਲ ਹੋਏ ਅਤੇ ਉਹਨਾਂ ਨੇ ਨੇੜਿਓਂ ਗੋਲੀਆਂ ਚਲਾਈਆਂ, ਜਿਸ ਨਾਲ ਗੌਰੀ ਲੰਕੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਗੌਰੀ ਮਸ਼ਹੂਰ ਕਵੀ ਅਤੇ ਪੱਤਰਕਾਰ ਪੀ ਲੰਕੇਸ਼ ਦੀ ਧੀ ਸਨ। ਉਹ ਸਾਂਧਿਆ ਰਸਾਲੇ ਦੀ ਸੰਪਾਦਕ ਸਨ। ਇਸ ਤਰ੍ਹਾਂ ਆਜ਼ਾਦੀ ਗੋਰਿਆਂ ਹੱਥੋਂ ਤਿਲਕੀ ਤਾਂ ਕਾਲਿਆਂ ਦੀ ਕਠਪੁਤਲੀ ਬਣ ਕੇ ਰਹਿ ਗਈ। ਇਹਨਾਂ ਕਾਲਿਆਂ ਨੂੰ ਗੋਰਿਆਂ ਦੀ ਕਾਲੀ ਪਰਛਾਈ ਕਹਿਣਾ ਕੋਈ ਅਤਕਥਨੀ ਨਹੀਂ। ਅੱਜ ਵੀ ਇਸ ਕਾਲੀ ਪਰਛਾਈ ਨੇ ਲੋਕਾਂ ਦੀ ਆਵਾਜ਼ ਬਰਬਰਾ ਰਾਓ, ਆਨੰਦ ਤੇਲਤੁੰਬੜੇ ਅਤੇ ਗੌਤਮ ਨਵਲਖਾ ਆਦਿ ਨੂੰ ਆਪਣੇ ਕਹਿਰ ਹੇਠ ਲਿਆ ਹੋਇਆ ਹੈ। ਇਹਨਾਂ ਕਾਲਿਆਂ ਦੀ ਆਜ਼ਾਦੀ ਨੂੰ ਲੋਕਾਂ ਦੀ ਆਜ਼ਾਦੀ ਵਿੱਚ ਬਦਲਣ ਹਿੱਤ ਅੱਗੇ ਆਉਣ ਲਈ ਵਚਨਬੱਧ ਹੋਵੋ ਸਾਥੀਓ। ਕੁਝ ਕਰਨ ਲਈ ਉੱਠੋਗੇ ਤਾਂ ਇਸ ਤੋਂ ਬਿਨਾਂ ਕੋਈ ਦੁਰਾਹਾ ਚੁਰਾਹਾ ਸਾਡੇ ਸਾਹਮਣੇ ਨਹੀਂ। ਚਲੋ, ਇੱਧਰ ਕਲਾਕਾਰਾਂ ਨੇ ਆਪਣਾ ਕੰਮ ਨਿਪਟਾ ਲਿਆ ਹੈ। ਕਿਸੇ ਦੇ ਕੰਮ ਵਿੱਚ ਕੋਈ ਸੰਦੇਸ਼ ਹੈ ਅਤੇ ਕਿਸੇ ਦੇ ਕੰਮ ਵਿੱਚ ਸਾਡੇ ਮਾਣਯੋਗ ਸ਼ਹੀਦਾਂ ਦੀ ਯਾਦ ਹੈ। ਹਰਪ੍ਰੀਤ, ਪ੍ਰਦੀਪ, ਅਰਫਾਨ ਅਤੇ ਹਰਮਨ ਹੋਰੀ ਆਪਣੀ ਕਲਾ ਵਿੱਚ ਨਿਪੁੰਨਤਾ ਹਾਸਲ ਕਰ ਚੁੱਕੇ ਜਾਂ ਕਰ ਰਹੇ ਹਨ, ਪਰ ਕਈ ਬੱਚਿਆਂ ਨੇ ਪਹਿਲੀ ਵਾਰ ਪੋਰਟਰੇਟ ਦਾ ਕੰਮ ਕੀਤਾ ਹੈ। ਇਹਨਾਂ ਸਾਰਿਆਂ ਦੇ ਜੋਸ਼ ਜਜ਼ਬੇ ਨੂੰ ਸਲਾਮ ਅਤੇ ਸਾਥੀਓ ਬਹੁਤ ਬਹੁਤ ਪਿਆਰ, ਜਿਨ੍ਹਾਂ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਚੰਗੀ ਤਰ੍ਹਾਂ ਦੇਖਿਆ ਸੁਣਿਆ ਹੈ। ਵੀਡੀਓ ਲਾਈਕ ਸ਼ੇਅਰ ਕਰਿਓ ਅਤੇ ਜੇਕਰ ਪਹਿਲੀ ਵਾਰ ਆਪਣੇ ਚੈਨਲ ਤੋਂ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ। ਫਿਰ ਮਿਲਾਂਗੇ ਯਾਰੋ।